Hello everyone, myself Namreet. Today my topic is same which is related to the previous video. In the previous video I have explained some of the synonym which we can use in the task 1, task 2 of the writing and speaking as well. ਅੱਜ ਆਪਾਂ डिस्कस करांगे सिनोनिम ऑफ नाउन्स वर्ड। नाउन वर्ड किहड़े हुंदे आ जिवें चिल्ड्रन, स्टूडेंट, यंगस्टर्स, पीपल ऑलमोस्ट टास्क 1 ते टास्क 2 दे विच ऑलमोस्ट यूज हुंदे आ ते क्वेश्चन जिहड़े दैट विल बी आस्क्ड बाय द एग्जामिनर। ठीक है, डेफिनेटली यू कैन यूज दिस टाइप ऑफ सिनोनिम ओवर देयर फॉर बूस्टिंग योर स्कोर्स। सो लेट्स स्टार्ट। फस्ट ऑफ ऑल ਜਿਹੜੀ ਚੀਜ਼ਾਂ ਖਰੀਦਦੇ ਆ ਉਹਨਾਂ ਨੂੰ ਆਪਾਂ ਕੀ ਕੁਝ ਕਹਿੰਦੇ ਆ? ਬਾਇਰਸ ਕਵਾਂਗੇ, ਕੰਜ਼ਿਊਮਰਸ ਕਵਾਂਗੇ, ਕਸਟਮਰਸ, ਪਰਚੇਜ਼ਰਸ ਐਂਡ ਸ਼ਾਪਰਸ, ਕਲਾਇੰਟਸ। ਉਸ ਤੋਂ ਬਾਅਦ ਰਾਜੇ ਆਪਾਂ ਡਿਸਕਸ ਕਰਾਂਗੇ ਕਿ ਵੱਡੇ ਬੰਦਿਆਂ ਨੂੰ ਕੀ ਕਹਿੰਦੇ ਆ। ਵੱਡੇ ਬੰਦੇ ਕਿਹੜੇ ਹੁੰਦੇ ਆ? ਜਿਹੜੇ ਬਜ਼ੁਰਗ ਹੁੰਦੇ ਆ, ਉਹਨਾਂ ਨੂੰ ਆਪਾਂ ਕਿਵੇਂ ਯੂਜ਼ ਕਰ ਦਿੰਦੇ ਆ। ਤੁਸੀਂ ਦੇਖੋ ਤੁਹਾਨੂੰ ਐਸੇ ਵੀ 2-3 ਤਰ੍ਹਾਂ ਦੇ ਆਉਂਦੇ ਆ ਕਿ ਓਲਡ ਪੀਪਲ ਦੀ ਰਿਟਾਇਰਮੈਂਟ ਏਜ ਕਿੰਨੀ ਹੋਣੀ ਚਾਹੀਦੀ ਆ। ਓਲਡ ਪੀਪਲ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਰਹੀ ਆ। ਉਹਦੇ ਕੀ ਰੀਜ਼ਨਸ ਹੈ ਐਂਡ ਕੀ ਸੋਲਿਊਸ਼ਨਸ ਹੈ ਐਂਡ ਕੀ ਇਫੈਕਟਸ ਆ ਸਕਦੇ ਆ। ਤਾਂ ਕਈ ਵਾਰ ਤੁਹਾਨੂੰ ਟਾਸਕ 1 ਦੇ ਵਿੱਚ ਸਮਟਾਈਮ ਤੁਹਾਨੂੰ ਸਰਵੇ ਵੀ ਆ ਸਕਦਾ ਰਾਜੇ। ਇਸ ਤਰੀਕੇ ਦੇ ਨਾਲ ਤੁਸੀਂ ਸਰਵੇ ਦੇ ਵਿੱਚ ਤੁਹਾਨੂੰ ਪਾਇਆ ਹੋਊਗਾ ਕਿ ਇੱਕ ਓਲਡ ਪੀਪਲ ਦੀ ਜਿਹੜੀ ਕੁਆਂਟੀਟੀ ਹੈ ਉਹ ਮੈਕਸੀਮਮ ਮਤਲਬ ਡਿਵੈਲਪਿੰਗ ਔਰ ਅੰਡਰ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਇੰਨੀ ਹੈ ਅਤੇ ਉਹਦੇ ਵਿੱਚ ਡਿਵੈਲਪਮੈਂਟ ਦੇ ਕੋਈ ਅਸਰ ਪੈਂਦਾ ਹੈ ਨਹੀਂ ਪੈਂਦਾ, ਉਹ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਪਣੇ ਕੋਲ ਕੀ ਆਉਂਦਾ ਕਿ ਆਪਾਂ ਗ੍ਰੇ ਹੇਅਰਡ ਪੀਪਲ ਬੋਲ ਸਕਦੇ ਹਾਂ ਉਹਨਾਂ ਨੂੰ। ਓਲਡ ਪੀਪਲ ਨੂੰ ਐਲਡਰਸ ਬੋਲਾਂਗੇ, ਸੀਨੀਅਰ ਸਿਟੀਜ਼ਨ, ਓਲਡ ਪੀਪਲ, ਏਜਡ ਪੀਪਲ, ਗ੍ਰੇ ਹੇਅਰਡ ਪੀਪਲ। ਇਹ ਸਿਨੋਨਿਮ ਤੁਸੀਂ 1 by 1 ਯੂਜ਼ ਕਰ ਸਕਦੇ ਹੋ ਬਿਕੋਜ਼ ਜਦੋਂ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦਾ ਆਉਂਦਾ ਲਾਈਕ ਵਾਟ ਇਜ਼ ਦ ਡਿਫਰੈਂਸ ਬਿਟਵੀਨ the preference of old people towards the living and young people also। ਤਾਂ ਉਹਦੇ ਵਿੱਚ ਕੀ ਡਿਫਰੈਂਸ ਹੈ? ਜਿਹੜੀ ਪ੍ਰੈਫਰੈਂਸ ਰਹਿਣ ਦੇ ਟੂਵਰਡਸ ਓਲਡ ਪੀਪਲ ਦੀ ਅਤੇ ਯੰਗਸਟਰ ਦੀ ਕੀ ਕੁਛ ਹੁੰਦੀ ਆ। ਤਾਂ ਉਹਦੇ ਵਿੱਚ ਓਲਡ ਪੀਪਲ ਆਪਾਂ ਜਦੋਂ ਐਕਸਪਲੇਨ ਕਰਦੇ ਹਾਂ ਤਾਂ ਉਹ ਬਾਰ-ਬਾਰ ਓਲਡ ਪੀਪਲ ਨਹੀਂ ਬੋਲਣਾ, ਤੁਸੀਂ ਇਹਦੇ ਵਿੱਚੋਂ ਇਹ ਸਿਨੋਨਿਮਸ ਯੂਜ਼ ਕਰ ਸਕਦੇ ਹੋ ਸੋ ਦੈਟ ਯੂਅਰ ਐਸੇ ਐਂਡ ਯੂਅਰ ਕੁਐਸਚਨ ਐਂਡ ਯੂਅਰ ਆਨਸਰਸ ਕੈਨ ਬਿਕਮ ਮੋਰ ਇੰਪੈਰੇਟਿਵ। ਸੋ ਨੈਕਸਟ ਆਪਾਂ ਆ ਗਿਆ ਜਵਾਨ। ਇਹ ਵਾਲਾ ਕੁਐਸਚਨ ਆਲਮੋਸਟ ਗਲਤ ਹੁੰਦਾ ਬੱਚਿਆਂ ਦਾ। ਆਲਮੋਸਟ ਰਾਈਟਿੰਗ ਦੇ ਟਾਸਕ 2 ਦੇ ਵਿੱਚ ਸਭ ਤੋਂ ਵੱਡੀ ਮਿਸਟੇਕ ਇਹ ਹੁੰਦੀ ਹੈ ਕਿ ਅਡਲਟ ਔਰ ਯੰਗਸਟਰ ਦਾ ਡਿਫਰੈਂਸ ਹੀ ਕਨਫਰਮ ਨਹੀਂ ਹੁੰਦਾ। ਯੰਗਸਟਰਸ ਕਿਹੜੇ ਹੁੰਦੇ ਆ ਰਾਜੇ? ਜਿਹੜੇ ਅੰਡਰ 18 ਹੁੰਦੇ ਆ। ਚਿਲਡਰਨ ਤੋਂ ਬਾਅਦ ਜਿਹੜੇ ਜਵਾਨ ਹੁੰਦੇ ਆ ਉਹਨਾਂ ਨੂੰ ਆਪਾਂ ਯੰਗਸਟਰਸ ਕਹਿੰਦੇ ਆ ਰਿਐਲਿਟੀ ਦੇ ਵਿੱਚ। ਅਤੇ ਜਿਹੜੇ 18+ ਹੁੰਦੇ ਆ ਉਹ ਐਡਲਟ ਹੁੰਦੇ ਆ। ਪੀਪਲ, ਡਵੈਲਰਸ, ਇੱਦਾਂ ਸਾਰਾ ਟਰਮਸ ਯੂਜ਼ ਕਰ ਸਕਦੇ ਹਾਂ। ਅਤੇ ਉਸ ਤੋਂ ਬਾਅਦ ਜਿਹੜੇ ਹਾਈ ਏਜਡ ਪੀਪਲ ਹੁੰਦੇ ਆ ਉਹਨਾਂ ਨੂੰ ਆਪਾਂ ਇਹ ਵਾਲੇ ਸਿਨੋਨਿਮਸ ਦੇ ਨਾਲ ਐਕਸਪਲੇਨ ਕਰ ਸਕਦੇ ਹਾਂ। ਸੋ ਦੇਖੋ ਸਭ ਤੋਂ ਪਹਿਲਾਂ ਯੰਗਸਟਰਸ ਹੋ ਗਿਆ, ਉਸ ਤੋਂ ਬਾਅਦ ਆ ਗਿਆ ਮਾਈਨਰ। ਮਾਈਨਰ ਕੀ ਹੁੰਦਾ? ਜਿਹੜੇ ਨਾਬਾਲਗ ਬੱਚੇ ਹੁੰਦੇ ਆ ਉਹਨਾਂ ਨੂੰ ਮਾਈਨਰਸ ਕਹਿੰਦੇ ਆ। ਨੈਕਸਟ ਕੀ ਹੋ ਗਿਆ? ਟੀਨੇਜਰਸ, ਯੰਗਰਸ, ਉਸ ਤੋਂ ਬਾਅਦ ਜੁਵੇਨਾਈਲਸ, ਯੂਥ ਐਂਡ ਅਡੋਲਸੈਂਟ। ਇਹ ਵਾਲੇ ਵਰਡਸ ਹੈ ਯੂ ਕੈਨ ਯੂਜ਼ ਵਾਈਲ ਯੂ ਆਰ ਸਪੀਕਿੰਗ, ਵਾਈਲ ਯੂ ਆਰ ਰਾਈਟਿੰਗ ਆਲਸੋ। ਠੀਕ ਹੈ, ਬਹੁਤ ਕਾਮਨ ਹੈ ਐਂਡ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਿਕੋਜ਼ ਆਲਮੋਸਟ ਇਹਨਾਂ 'ਤੇ ਐਸੇ ਟਾਸਕ 1 ਐਂਡ ਸਪੀਕਿੰਗ ਕੁਐਸਚਨ ਆਲਮੋਸਟ ਹੁੰਦੇ ਆ। ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਤੁਸੀਂ ਵੀ ਤਾਂ ਯੰਗਸਟਰ ਹੋ ਜਿਹੜੇ ਐਗਜ਼ਾਮ ਐਕੈਡਮਿਕਸ ਦਾ ਐਗਜ਼ਾਮ ਦਿੰਦੇ ਆ। ਆਲਮੋਸਟ ਯੰਗਸਟਰਸ ਹੀ ਹੁੰਦੇ ਆ। +2 ਤੋਂ ਬਾਅਦ ਉਹ ਹਜੇ 18+ ਹੋਏ ਨਹੀਂ ਹੁੰਦੇ। ਸੋ ਦੈਟਸ ਵਾਈ ਉਹਨਾਂ ਦੇ ਰਿਲੇਟਿਡ ਉਹਨਾਂ ਦੀ ਥਿੰਕਿੰਗ ਜਾਣਨ ਵਾਸਤੇ, ਉਹਨਾਂ ਦਾ ਪੁਆਇੰਟ ਆਫ ਵਿਊ ਐਂਡ ਓਪੀਨੀਅਨ ਜਾਣਨ ਵਾਸਤੇ ਐਗਜ਼ਾਮੀਨਰ ਤੁਹਾਡੇ ਤੋਂ ਕੁਐਸਚਨ ਕਰਦਾ ਹੁੰਦਾ। ਨੈਕਸਟ ਕੀ ਆ ਗਿਆ? ਬੱਚੇ। ਬੱਚੇ ਦੇ ਵਿੱਚ ਕੀ ਹੁੰਦਾ ਰਾਜੇ? ਕਾਫੀ ਬੱਚਿਆਂ ਨੂੰ ਕਨਫਰਮ ਹੀ ਨਹੀਂ ਹੁੰਦਾ। ਕੋਈ ਇਨਫੈਂਟ ਲਿਖ ਦਿੰਦਾ, ਕੋਈ ਟੋਡਲਰ ਲਿਖ ਦਿੰਦਾ, ਕੋਈ ਆਫ ਸਪਰਿੰਗ ਲਿਖ ਲੈਂਦਾ। ਤਾਂ ਤੁਹਾਨੂੰ ਕਨਫਰਮ ਹੋਣਾ ਚਾਹੀਦਾ ਕਿ ਚਿਲਡਰਨ ਕਹਿੰਦੇ ਕਿਹਨੂੰ ਹੈ। ਸਭ ਤੋਂ ਪਹਿਲਾਂ ਤਾਂ ਜਿਹੜਾ ਇਨਫੈਂਟ ਤੁਸੀਂ ਯੂਜ਼ ਕਰਦੇ ਹੋ ਦੈਟ ਇਜ਼ ਟੋਟਲੀ ਰੋਂਗ ਬਿਕੋਜ਼ ਇਨਫੈਂਟ ਉਹ ਹੈ ਜਦੋਂ ਬੱਚੇ ਨੂੰ ਕੋਈ ਸੈਂਸ ਹੀ ਨਹੀਂ ਹੁੰਦੀ, ਨਾ ਬੋਲਣ ਦੀ, ਨਾ ਸਮਝਣ ਦੀ, ਐਨੀਥਿੰਗ ਐਲਸ, ਕੋਈ ਸੈਂਸ ਨਹੀਂ ਹੁੰਦੀ। ਤਾਂ ਬੱਚਾ ਜਿਹੜਾ 1 ਈਅਰ ਦੇ ਅੰਡਰ ਹੁੰਦਾ ਉਹਨੂੰ ਇਨਫੈਂਟਸ ਕਹਿੰਦੇ ਆ। ਸੋ ਚਿਲਡਰਨ ਦੇ ਵਿੱਚ ਇਹ ਕਦੇ ਵੀ ਨਹੀਂ ਆਉਂਦਾ ਹੁੰਦਾ। ਦੈਟਸ ਵਾਈ ਮੈਂ ਲਿਖਾਇਆ। ਚਿਲਡਰਨ ਦੇ ਵਿੱਚ ਕੀ ਯੂਜ਼ ਕਰਾਂਗੇ? ਚਿਲਡਰਨ, ਚਾਈਲਡ, ਆਫਸਪਰਿੰਗਸ, ਕਿਡਸ ਐਂਡ ਟੋਡਲਰ। ਟੋਡਲਰ ਵੀ ਬਹੁਤ ਘੱਟ ਆਉਂਦਾ ਬਿਕੋਜ਼ ਜਿਹੜੇ ਟੋਡਲਰਸ ਹੁੰਦੇ ਆ 1 to 3 ਈਅਰਸ ਉਹ ਵੀ ਬਹੁਤ ਜ਼ਿਆਦਾ ਅਨਸੈਂਸ ਹੁੰਦੇ ਆ। ਉਹਨਾਂ ਨੂੰ ਵੀ ਇੰਨੀ ਕੋਈ ਬਾਹਲੀ ਸੈਂਸ ਨਹੀਂ ਹੁੰਦੀ, ਬਾਹਲੀ ਅੰਡਰਸਟੈਂਡਿੰਗ ਟਰਮਸ ਨਹੀਂ ਹੁੰਦੀਆਂ। ਸੋ ਦੈਟਸ ਵਾਈ ਆਪਾਂ ਇੱਥੇ ਕੀ ਯੂਜ਼ ਕਰਾਂਗੇ? ਟੋਡਲਰਸ ਹੈ ਜਿਹੜੇ 1 to 3 ਈਅਰਸ ਹੁੰਦੇ ਆ। ਬੱਚਿਆਂ ਨੂੰ ਇਹ ਕਨਫਰਮ ਨਹੀਂ ਹੁੰਦਾ। ਸਾਰੇ ਬੱਚੇ ਕੋਈ ਇਨਫੈਂਟ ਲਿਖ ਦਿੰਦਾ, ਕੋਈ ਕੁਛ ਲਿਖ ਦਿੰਦਾ, ਕੋਈ ਕੁਛ ਲਿਖ ਦਿੰਦਾ।
ਤਾਂ ਉਹ ਰੋਂਗ ਹੋ ਜਾਂਦਾ। ਸੋ ਤੁਹਾਨੂੰ ਕਨਫਰਮ ਹੋਣਾ ਚਾਹੀਦਾ ਕਿ ਏਜ ਗਰੁੱਪ ਦੇ ਅਕੋਰਡਿੰਗ ਕਿਵੇਂ ਆ। ਓਲਡ ਪੀਪਲ ਹੈ ਜਿਹੜੇ 60+ ਵਾਲੇ, ਉਹ ਤੁਸੀਂ ਇਹ ਵਾਲੇ ਯੂਜ਼ ਕਰੋਗੇ। ਯੰਗਸਟਰਸ ਹੈ ਜਿਹੜੇ, ਉਹ ਇਹ ਵਾਲੇ ਯੂਜ਼ ਕਰੋਗੇ। ਉਸ ਤੋਂ ਬਾਅਦ ਜਿਹੜੇ ਬੱਚੇ ਆ ਉਹਨਾਂ ਵਾਸਤੇ ਤੁਸੀਂ ਇਹਨਾਂ ਦੇ ਵਿੱਚੋਂ ਸਿਨੋਨੀਮਸ ਚੱਕੋਗੇ। ਬਟ ਇਨਫੈਂਟ ਹੈ ਜਿਹੜਾ ਸਿਨੋਨੀਮ, ਉਹ ਟੋਟਲੀ ਰੋਂਗ ਹੈ, ਜਿਹੜਾ ਤੁਹਾਡੀ ਨੋਟਬੁੱਕਸ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ। ਨੈਕਸਟ ਆ ਗਿਆ ਆਪਣੇ ਕੋਲੇ, ਜਦੋਂ ਕੋਈ ਬੰਦਾ ਟਰੈਵਲ ਕਰਦਾ ਹੈ, ਇਹ ਟਾਸਕ 1 ਦੇ ਵਿੱਚ ਮੈਕਸੀਮਮ ਆਉਂਦਾ, ਮੈਕਸੀਮਮ। ਐਂਡ ਟਾਸਕ 2 ਦੇ ਵਿੱਚ ਤੁਹਾਨੂੰ ਟੂਰਿਜ਼ਮ ਤੇ ਐਸੇ ਕਾਫੀ ਜ਼ਿਆਦਾ ਆਉਂਦਾ, ਟਰੈਵਲਿੰਗ ਪੋਰਸ਼ਨ ਦੇ ਵਿੱਚ ਆਉਂਦਾ। ਐਂਡ ਤੁਹਾਨੂੰ ਟਰੈਵਲਿੰਗ ਦੇ ਰਿਲੇਟਿਡ ਐਗਜ਼ਾਮੀਨਰ ਆਲਸੋ ਕੈਨ ਆਸਕ ਦ ਕੁਐਸਚਨ ਇਨ ਯੋਰ ਸਪੀਕਿੰਗ, ਲਾਈਕ ਡੂ ਯੂ ਟਰੈਵਲਿੰਗ, ਡੂ ਯੂ ਲਾਈਕ ਟੂ ਟਰੈਵਲ, ਵਿਜ਼ਿਟ ਪੋਰਸ਼ਨ, ਉਹ ਸਾਰਾ ਵੀ ਆਪਾਂ ਇਸ ਪੋਰਸ਼ਨ ਦੇ ਵਿੱਚੋਂ ਹੀ ਯੂਜ਼ ਕਰ ਸਕਦੇ ਹਾਂ। ਹੁਣ ਤੁਸੀਂ ਐਂ ਦੇਖੋ, ਉਹਦੇ ਵਿੱਚ ਜਿਹੜੇ ਲੋਕਾਂ ਨੇ ਡਿਫਰੈਂਟ ਕੰਟਰੀਜ਼ ਨੂੰ ਵਿਜ਼ਿਟ ਕੀਤਾ ਹੁੰਦਾ ਹੈ, ਪੈਸੇਂਜਰਸ ਹੁੰਦੇ ਆ, ਉੱਥੇ ਤੁਸੀਂ ਇੱਕ ਹੀ ਲਿਖ ਦਿੰਦੇ ਹੋ, ਟਰੈਵਲਰਸ ਲਿਖ ਦੋਗੇ ਜਾਂ ਟੂਰਿਸਟ ਲਿਖ ਦੋਗੇ। ਤਾਂ ਹੋਰ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਵਿਜ਼ਿਟਰਸ, ਟਰੈਵਲਰਸ, ਪੈਸੇਂਜਰਸ, ਕੈਮਿਊਟਰਸ ਐਂਡ ਟੂਰਿਸਟ। ਇਹ ਆਪਾਂ ਉੱਥੇ ਯੂਜ਼ ਕਰਦੇ ਹਾਂ ਜਿਹੜੇ ਪੈਸੇਂਜਰਸ ਹੁੰਦੇ ਆ ਰਾਜੇ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਟਰੈਵਲ ਕਰਦੇ ਆ। ਨੈਕਸਟ ਵਨ ਬਹੁਤ ਇੰਪੋਰਟੈਂਟ ਹੈ, ਇਹਦੇ ਵਿੱਚ ਬੱਚਿਆਂ ਨੂੰ ਕਨਫਰਮ ਨਹੀਂ ਹੁੰਦਾ ਵਟ ਇਜ਼ ਨਾਊਨ ਐਂਡ ਵਟ ਇਜ਼ ਅ ਵਰਬ। ਇਹ ਜਿਹੜੇ ਪੋਰਸ਼ਨ ਹੈ, ਇਹ ਆਪਾਂ ਟਾਸਕ 1 ਦੇ ਵਿੱਚ ਯੂਜ਼ ਕਰਦੇ ਹਾਂ। ਕੋਈ ਚੀਜ਼ ਵਧੀ, ਕੋਈ ਚੀਜ਼ ਘਟੀ, ਉਹਦੇ ਵਿੱਚ ਕਿੱਦਾਂ ਯੂਜ਼ ਕਰਨਾ। ਅਗਰ ਤੁਸੀਂ ਸਟਾਰਟਿੰਗ ਪੋਰਸ਼ਨ ਦੇ ਵਿੱਚ ਕੋਈ ਚੀਜ਼ ਕਰਨੀ ਹੈ, ਜਿਵੇਂ ਆਪਾਂ ਕਹਿ ਦਈਏ ਹੈਲਪ ਇਜ਼ ਅ ਗੁੱਡ ਥਿੰਗ, ਦੈਟ ਇਜ਼ ਟੋਟਲੀ ਰੋਂਗ, ਕਿਉਂਕਿ ਕੀ ਆਊਗਾ, ਹੈਲਪਿੰਗ ਆਊਗਾ। ਹੈਲਪਿੰਗ ਕੀ ਹੈ ਆਪਣੇ ਕੋਲੇ, ਨਾਊਨ, ਹੈਲਪ ਕੀ ਹੈ, ਵਰਬ। ਤਾਂ ਉਸੇ ਅਕੋਰਡਿੰਗ ਜਦੋਂ ਤੁਸੀਂ ਟੂ ਦੇ ਨਾਲ ਰਾਈਜ਼ ਸਟਾਰਟਿੰਗ ਚਲਾ ਦਿੰਦੇ ਹੋ, ਦੈਟ ਇਜ਼ ਟੋਟਲੀ ਰੋਂਗ, ਬਿਕੋਜ਼ ਸਟਾਰਟਿੰਗ ਦੇ ਵਿੱਚ ਨਾਊਨ ਜਾਂ ਜੀਰੈਂਡ ਪੋਰਸ਼ਨ ਆਉਂਦਾ ਹੁੰਦਾ, ਕਦੇ ਵੀ ਟੂ ਵਾਲਾ ਸੈਕਸ਼ਨ ਨਹੀਂ ਆਉਂਦਾ ਹੁੰਦਾ। ਸੋ these are the synonym which you can use in the bar graph, table chart and any type of chart where some of the increasing trend can be seen। ठीक है, ਤਾਂ ਫਸਟਲੀ ਆਪਾਂ ਕੀ ਯੂਜ਼ ਕਰਾਂਗੇ, ਅ ਰਾਈਜ਼ ਨਾਊਨ ਦੇ ਤੌਰ ਤੇ। ਨੈਕਸਟ ਆਪਾਂ ਕੀ ਯੂਜ਼ ਕਰਾਂਗੇ, ਟੂ ਰਾਈਜ਼ ਅਗਰ ਆਪਾਂ ਵਰਬ ਯੂਜ਼ ਕੀਤਾ ਹੈ। ਐਨ ਇਨਕਰੀਜ਼, ਕਈ ਬੱਚੇ ਇਸ ਐਨ ਨੂੰ ਕੱਟ ਦਿੰਦੇ ਆ, ਦੈਟ ਇਜ਼ ਆਲਸੋ ਟੋਟਲੀ ਰੋਂਗ, ਬਿਕੋਜ਼ ਇਸ ਤਰੀਕੇ ਦੇ ਨਾਲ ਤੁਹਾਨੂੰ ਗ੍ਰਾਮਰ ਦੀ ਜਿਹੜੀ ਡੀਪਲੀ ਕੁਐਸਚਨਸ ਦੇ ਮਾਰਕਸ ਆ ਉਹ ਵੀ ਮਿਲਦੇ ਆ ਬੱਚੇ। ਸੋ ਦੈਟਸ ਵਾਈ ਯੂ ਸ਼ੁਡ ਗੋ ਵਿਦ ਇਟ ਪ੍ਰੋਪਰਲੀ। ਐਨ ਇਨਕਰੀਜ਼, ਟੂ ਇਨਕਰੀਜ਼ ਇਜ਼ ਅ ਵਰਬ। ਅ ਸਰਜ, ਕੋਈ ਚੀਜ਼ ਵੱਧਦੀ ਹੈ। ਅ ਗਰੋਥ, ਠੀਕ ਹੈ। ਉਸ ਤੋਂ ਬਾਅਦ ਅ ਪੀਕ, ਪੀਕ, ਅ ਪੀਕ point can be noticed, a rise can be seen in the graph over the period of time. So you can go with these type of synonyms while explaining any type of growing trend. So next falling trend है, ਜਦੋਂ ਤੁਸੀਂ down वाला trend explain ਕਰਦੇ ਹੋ। a fall, decrease, drop, decline, these are the formal word। ਲਿਖਣ ਨੂੰ ਤਾਂ ਤੁਸੀਂ ਬਹੁਤ ਕੁਝ ਲਿਖ ਸਕਦੇ ਹੋ, but these are the formal word, you should go with these type of word so that you can make your writing task 1, ठीक है, with more imperative, with full of organization। so इस तरीके दे नाल noun and verbs हैं ਜਿਹੜੇ ਉਹ ਤੁਸੀਂ use ਕਰਨੇ ਆ। in coming videos I will also upload the another synonym which are more beneficial for your writing and speaking also, so you should follow my videos। firstly please subscribe my channel if you want to boost your score, because my all videos are already, I have experimented on my candidates, I always upload the concepts which I have experimented on my candidates who have gotten the 7+ 8+ band scores। so if you want to get the more scores in IELTS writing and speaking also, so please follow my video। and I also have uploaded the reading, uploaded the some of the tips and tricks which may be beneficial for you for the listening and reading also। so hope करती हैं properly समझ आया होगा। as usual, if anyone have any kind of doubt, please comment on my video so that I can clear your doubts by uploading the another videos। so thank you so much।